ਨਾਮ ਆਬਦ ਮਸੀਹ ਹੈ। ਮੈਂ ਨਲਕੇ ਘਵਾਲਿਓ ਸਾਚਕ ਜੀ ਬੇ ਤੋਂ ਆਇਆ ਵਾਂ। ਮੇਰੇ ਭਾਈ ਦਾ ਮਰਡਰ ਹੋਇਆ। ਮੇਰੇ ਭਾਈ ਦੇ ਨਾਲ ਬਹੁਤ ਧੱਕੇਸ਼ਾਹੀ ਹੋਈ ਹੈ। ਮੇਰੇ ਨਾਲ ਇੱਕ ਬੰਦਾ ਹਾਫਜ਼ ਨਾਮ ਦਾ ਮੁੰਡਾ ਹੈ, ਜਿਹੜਾ ਕਿ ਮੇਰੇ ਘਰ ਆਣ ਕੇ ਮੇਰੇ ਨਾਲ ਜ਼ਬਰਦਸਤੀ ਕਰਕੇ ਗਿਆ, ਮੂੰਹ ਮਾਰੀ ਕਰਕੇ ਗਿਆ। 21 ਵਾਲੇ ਦਿਨ ਮੇਰਾ ਭਾਈ ਸ਼ਾਮ ਨੂੰ ਵਾਪਸ ਆਇਆ ਘਰ ਕੰਮ ਤੋਂ ਉੱਤੋਂ। ਮੈਂ ਉਹਨੂੰ ਦੱਸਿਆ ਵੀ ਭਾਈ ਇਸ ਤਰ੍ਹਾਂ ਮੁੰਡਾ ਇੱਕ ਮੇਰੇ ਨਾਲ ਮੂੰਹ ਮਾਰੀ ਕਰਕੇ ਗਿਆ। ਭਾਈ ਮੇਰਾ ਉਹਨਾਂ ਦੇ ਘਰੇ ਗਿਆ, ਉਹਨਾਂ ਦਾ ਪੁੱਛਣ ਵਾਸਤੇ, ਲਾਮਾ ਦੇਣ ਵਾਸਤੇ। ਲਿਹਾਜ਼ਾ ਮੇਰਾ ਉਸ ਤੋਂ ਬਾਅਦ ਭਾਈ ਵਾਪਸ ਨਹੀਂ ਘਰ ਆਇਆ। ਦੂਸਰੇ ਦਿਨ ਉਹਦੀ ਡੈੱਡ ਬੋਡੀ ਸਾਨੂੰ ਰੋਡ ਦੇ ਉੱਪਰੋਂ ਮਿਲਦੀ ਹੈ। ਮੌਕੇ ਤੇ ਮੈਂ ਉੱਥੇ ਪਹੁੰਚਿਆ ਵਾਂ, ਲੇਕਿਨ ਉੱਥੇ ਪੁਲਿਸ ਮੌਜੂਦ ਹੈ। ਉੱਥੋਂ ਪੁਲਿਸ ਵਾਲੇ ਡੈੱਡ ਬੋਡੀ ਨੂੰ ਹਸਪੀਟਲ ਲੈ ਕੇ ਜਾਂਦੇ ਨੇ। ਮੇਰੇ ਕੋਲ ਉੱਥੇ ਜਾ ਕੇ ਧੱਕੇਸ਼ਾਹੀ ਨਾਲ ਅੰਗੂਠੇ ਲਵਾਏ ਗਏ ਨੇ, ਸਾਈਨ ਕਰਵਾਏ ਗਏ, ਕਿਉਂਕਿ ਮੈਂ ਅਨਪੜ੍ਹ ਬੰਦਾ ਵਾਂ। ਮੈਨੂੰ ਨਹੀਂ ਪਤਾ ਵੀ ਮੇਰੇ ਕੋਲ ਕਹਿ ਦੋ ਤੇ ਸਾਈਨ ਕਰਵਾ ਰਹੇ, ਕਾਹਦੇ ਤੇ ਅੰਗੂਠੇ ਲਵਾ ਰਹੇ ਨੇ। ਡਾਕਟਰਾਂ ਨੇ ਵੀ ਇਸ ਚੀਜ਼ ਦਾ ਕਿਹਾ ਵੀ ਇਹਨੂੰ ਮਤਲਬ ਕਿ ਨਹੀਂ ਕਰੰਟ ਲੱਗਾ ਹੈਗਾ, ਇਹਨੂੰ ਕੋਈ ਚੀਜ਼ ਦਿੱਤੀ ਗਈ ਜਿਸ ਤਰ੍ਹਾਂ ਇਹਦਾ ਮਰਡਰ ਹੋਇਆ। ਲਿਹਾਜ਼ਾ ਇੱਕ ਉਹਦੇ ਨਾਲ ਹੋਰ ਭਾਈ ਉਹਦੀ ਵੀ ਹੱਤਿਆ ਕੀਤੀ ਗਈ ਹੈ। ਰੋਡ ਦੇ ਉੱਤੋਂ ਦੋਨੇ ਬਾਡੀਆਂ ਸਾਨੂੰ ਮਿਲੀਆਂ ਨੇ। ਪੁਲਿਸ ਵਾਲਿਆਂ ਨੇ ਕਿਹਾ ਜੀ ਉਹਨੂੰ ਕਰੰਟ ਹੀ ਲੱਗਾ ਆ, ਕਰੰਟ ਲੱਗਾ ਆ। ਔਰ ਖੰਬੇ ਤੋਂ ਤਕਰੀਬਨ ਜਿੱਥੋਂ ਡੈੱਡ ਬੋਡੀ ਰਿਸੀਵ ਕੀਤੀ ਹੈ 5 ਫੁੱਟ ਹਟਵੀਆਂ ਡੈੱਡ ਬੋਡੀਆਂ ਪਈਆਂ ਨੇ। ਉਸ ਖੰਬੇ ਦਾ ਮਤਲਬ ਕਿ ਇਸ਼ੂ ਬਣਾਇਆ ਗਿਆ ਵੀ ਖੰਬੇ ਨਾਲ ਇਹਨਾਂ ਨੂੰ ਕਰੰਟ ਲੱਗਾ ਹੈ, ਜੋ ਕਿ 5 ਫੁੱਟ ਬੋਡੀਆਂ ਸਾਈਡ ਤੇ ਪਈਆਂ ਨੇ। ਮੇਰੇ ਭਾਈ ਦੇ ਜਿਸਮ ਦੇ ਉੱਤੇ ਪੂਰੇ ਦੇ ਉੱਤੇ ਕੋਈ ਐਸਾ ਨਿਸ਼ਾਨ ਨਹੀਂ ਹੈ, ਬਿਜਲੀ ਦਾ ਕੋਈ ਚੀਜ਼ ਜ਼ੋਰ ਦਾ ਕਿਸੇ ਅੰਬਰ ਦਾ ਨਿਸ਼ਾਨ ਨਹੀਂ ਹੈ ਭਾਈ ਮੇਰੇ ਦੇ ਜਿਸਮ ਪੂਰੇ ਦੇ ਉੱਪਰ। ਲਿਹਾਜ਼ਾ ਪੁਲਿਸ ਵਾਲਿਆਂ ਨੇ ਵੀ ਜ਼ਬਰਦਸਤੀ ਸਾਡੇ ਕੋਲ ਅੰਗੂਠੇ ਲਵਾਏ ਨੇ। ਉਹਨਾਂ ਨੇ ਕਿਹਾ ਬੋਡੀ ਆਪਣੀ ਵਾਪਸ ਲੈ ਜਾਓ, ਜਾ ਕੇ ਦਫਨਾਓ। ਜਦ ਤੱਕ ਅਸੀਂ ਦਫਨਾਇਆ ਨਹੀਂ, ਪੁਲਿਸ ਵਾਲੇ ਵੀ ਸਾਡੇ ਘਰ ਰਹੇ ਨੇ ਮੌਜੂਦ, ਵੀ ਇਹਨੂੰ ਜਲਦ ਤੋਂ ਜਲਦ ਦਫਨਾਓ। ਲਿਹਾਜ਼ਾ ਮੈਂ ਉੱਥੇ ਕਾਗਜ਼ ਲੈਣ ਗਿਆ ਪੁਲਿਸ ਵਾਲਿਆਂ ਦੇ ਕੋਲੋਂ। ਮੈਨੂੰ ਉਹਨਾਂ ਨੇ ਕਾਗਜ਼ ਨਹੀਂ ਦਿੱਤੇ ਹੈਗੇ, ਜੋ ਕਿ ਮੈਂ ਉਹਨਾਂ ਕੋਲ ਬਾਰ-ਬਾਰ ਜਾਂਦਾ ਰਿਹਾ। 21 ਤੋਂ ਲੈ ਕੇ 28 ਤੱਕ ਮੈਨੂੰ ਉਹਨਾਂ ਨੇ ਜ਼ਲੀਲੋ ਖਵਾਰ ਕੀਤਾ। 28 ਵਾਲੇ ਦਿਨ ਮੈਨੂੰ ਭਾਈ ਮੇਰੇ ਦਾ ਫੋਨ ਉਹਨਾਂ ਨੇ ਦਿੱਤਾ, ਜਿਹਦੇ ਵਿੱਚੋਂ ਸਾਰਾ ਡਾਟਾ ਡਿਲੀਟ ਕੀਤਾ ਗਿਆ। ਇੱਕ ਬਾਲੂ ਜਲਾਇਆ, ਇੱਕ ਹਾਫਜ਼ ਔਰ ਉਹਦੇ ਨਾਲ ਹੋਰ ਕੁਝ ਮਿਲੇ ਨੇ ਲੋਕ। ਉਹਨਾਂ ਨੇ ਮੇਰੇ ਭਰਾ ਨੂੰ ਰਲ ਮਿਲ ਕੇ ਮਾਰਿਆ ਜੀ। ਉਸ ਤੋਂ ਬਾਅਦ ਮੇਰਾ ਭਾਈ ਖੁਦ ਮੈਨੂੰ ਬਿਆਨ ਕਰਕੇ ਗਿਆ ਵੀ ਮੈਂ ਉਹਨਾਂ ਦੇ ਘਰ ਚੱਲਾਂ ਵਾਂ, ਉਹਨਾਂ ਨੂੰ ਮੈਂ ਜਾ ਕੇ ਪੁੱਛ ਕੇ ਆਉਣਾ ਵਾਂ। ਅਗਰ ਮੈਂ ਨਾ ਆਇਆ ਵਾਪਸ ਉਧਰੋਂ ਮਜ਼ੀਦ ਪਤਾ ਕਰ ਲਿਓ ਜੇ। ਅਸੀਂ ਉਧਰ ਗਏ, ਲੇਕਿਨ ਦੂਸਰੇ ਦਿਨ ਸਾਨੂੰ ਡੈੱਡ ਬੋਡੀਆਂ ਰੋਡ ਦੇ ਉੱਪਰੋਂ ਮਿਲਦੀਆਂ ਨੇ। ਲਿਹਾਜ਼ਾ ਮਰੀਮ ਨਵਾਜ਼ ਸਾਹਿਬਾ ਕੀ ਅਪੀਲ ਹੈ ਵੀ ਮੈਨੂੰ ਇਨਸਾਫ ਦਿਵਾਇਆ ਜਾਏ। ਮੇਰੀ ਜਾਨ ਨੂੰ ਵੀ ਖੁਦ ਖਤਰਾ ਆ। ਮੈਂ ਉੱਥੇ ਗਰੀਬ ਘਰ ਆ ਜੀ, ਰੈਂਟ ਤੇ ਬੈਠਾ ਵਾਂ, ਕਿਰਾਏ ਦਾ ਮਕਾਨ ਹੈ ਮੇਰਾ, फैमिली वाला बंदा, माड़ा घर है जी। मैं मेरी जान में बहुत ज्यादा खतरा है। मसीह यसू के कादर और जलाली नाम में तमाम सुनने वालों की सलामती हो। मैं असलम परवेज सोहतरा, बानी पाकिस्तान मसीहा मिलत पार्टी, बताना चाहता हूँ कि ये आबद मसीह है जो फैसलाबाद के चक नंबर 7 नलके वाले से मेरे पास तशरीफ़ लाया है। और इसने जो दास्तान मुझे सुनाई है कि एक हाफज नामी वहाँ का मकामी गुंडा जो है वो मेरे घर आया है और उसने घर आकर मेरे साथ गाली गलौज किया, हथापाई की। इसका कहना है कि वो आकर मेरे भाई राशिद के मुतल्लिक पूछगिछ कर रहा था। तो जब इसका भाई वापस आया तो उसने शाम को कहता है कि मैंने उसे बताया, और मेरा भाई उस शख्स के मुतल्लिक एक दूसरे आदमी को शिकायत करने के लिए गया और वो घर में बताकर गया है। सुबह उसकी लाश मिल गई, बल्कि उसके साथ एक और शख्स की लाश भी मिल गई है। पुलिस का ये कहना है कि जी उसे करंट लगा है उस पोल से, जबकि इनका ये कहना है कि हमें शुबा है कि जो शख्स हमारे घर में बदमाशी करने के लिए आया था, हाफज, उसने अपने दीगर साथियों के साथ मिलकर इसे कत्ल किया है। जरूरी तो ये था कि मकामी पुलिस निशाताबाद जो है वो इस बारे में हर हाल में FIR दर्ज करती और फिर इंक्वायरी करती, और अगर इस के मुतल्लिक कोई ऐसी बात सामने आती तो कार्रवाई करती। लेकिन इस तरह से एक गरीब मसीही के कत्ल को छुपा देना ये बहुत बड़ी ज्यादती है। मेरी CPO साहब फैसलाबाद से दरखास्त है कि वो इस वाक़या का नोटिस लें और ये गरीब मसीह खानदान आबद मसीह जो है वो चला रहा है, रो रहा है कि मेरे भाई को कत्ल किया गया, इसकी तफ्तीश होनी चाहिए, इसकी FIR दर्ज होनी चाहिए और दोबारा
اس کا پوسٹ مارٹم کرنے کے لیے پولیس کو ترک کرنا چاہیے علاقہ مجسٹریٹ کو، اور درخواست دے کر اس کی پوسٹ مارٹم کی جائے تاکہ پتہ چلے کہ واقعی اسے کرنٹ لگا ہے۔ پولیس اپنے رویے کو بدلے۔ میں ضرور ایس پی صاحب سے بھی اس بارے میں بات کروں گا کہ وہ اس واقعہ کے بارے میں سنجیدگی کے ساتھ ایکشن لیں، اور عابد مسیح کو، اس کے گھرانے کو انصاف ملنا چاہیے۔ اور میں بتا دینا چاہتا ہوں کہ پاکستان مسیحا ملت پارٹی، فیصل آباد کے لوگ اس کے ساتھ کھڑے ہیں، ہم لاہور والے ان کے ساتھ کھڑے ہیں، اور جب تک انہیں انصاف نہیں ملے گا ہم ہر فورم پر ان کی آواز بڑھیں گے۔ شکریہ۔